ਬਹੁਤ ਹੀ ਪਿਆਰੇ ਵਿਦਿਆਰਥੀਓ, ਤੁਹਾਡਾ ਅੱਜ ਦੇ ਇਸ ਸੈਸ਼ਨ ਦੇ ਵਿੱਚ ਬਹੁਤ ਸਵਾਗਤ ਹੈ। ਵੈਲਕਮ ਜੀ ਆਇਆਂ ਨੂੰ। ਮੈਂ ਤੁਹਾਡਾ ਹਰਕੇਵਲ ਸਿੰਘ, ਸਮਾਜਿਕ ਸਿੱਖਿਆ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਨ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ। ਪਿਆਰੇ ਬੱਚਿਓ, ਅੱਜ ਆਪਾਂ ਜੋ ਵਿਸ਼ਾ ਜਾਂ ਪਾਠ ਅਧਿਆਏ ਪੜ੍ਹਨ ਜਾ ਰਹੇ ਹਾਂ ਉਹ ਹੈ ਜਮਾਤ 7ਵੀਂ ਦਾ ਇਤਿਹਾਸ ਭਾਗ ਦੇ ਵਿੱਚੋਂ ਪਾਠ ਨੰਬਰ 15, ਜਿਸ ਦਾ ਨਾਮ ਹੈ ਸਮਾਰਕ ਨਿਰਮਾਣ ਕਲਾ, ਭਾਗ ਤੀਜਾ, ਦੁਹਰਾਈ। ਪਿਆਰੇ ਵਿਦਿਆਰਥੀਓ, ਇਸ ਤੋਂ ਪਿਛਲੇ ਲੈਕਚਰਸ ਦੇ ਵਿੱਚ ਤੁਸੀਂ ਇਸ ਪਾਠ ਬਾਰੇ ਬਹੁਤ ਵਿਸਥਾਰ ਨਾਲ ਪੜ੍ਹ ਅਤੇ ਸਮਝ ਚੁੱਕੇ ਹੋ ਕਿ ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਸ਼ਾਸਕਾਂ ਦੁਆਰਾ ਬਹੁਤ ਸਾਰੇ ਸਮਾਰਕਾਂ ਦਾ ਨਿਰਮਾਣ ਕੀਤਾ ਗਿਆ ਸੀ। ਅੱਜ ਆਪਾਂ ਇਸ ਪਾਠ ਦੀ ਦੁਹਰਾਈ ਕਰਨ ਜਾ ਰਹੇ ਹਾਂ ਅਤੇ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਪਾਠ ਨੂੰ, ਅੱਜ ਦੇ ਇਸ ਪਾਠ ਦੇ ਜੋ ਪ੍ਰਸ਼ਨ ਉੱਤਰ ਜਾਂ ਖਾਲੀ ਥਾਵਾਂ ਹੋਣਗੀਆਂ ਜਾਂ ਹੋਰ ਅਭਿਆਸ ਦੇ ਭਾਗ ਹੋਣਗੇ, ਉਹਨਾਂ ਦੇ ਉੱਤਰ ਚੰਗੀ ਤਰ੍ਹਾਂ ਆਪਣੀਆਂ ਨੋਟਬੁੱਕਸ ਦੇ ਵਿੱਚ ਨੋਟ ਵੀ ਕਰੋਗੇ। ਅਤੇ ਆਓ ਫਿਰ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਦੁਹਰਾਈ ਦੇ ਵਿੱਚ ਅਸੀਂ ਸਹੀ ਮਿਲਾਨ ਕਰਨਾ ਸ਼ੁਰੂ ਕਰਾਂਗੇ। ਤੁਹਾਡੀ ਸਕਰੀਨ ਦੇ ਖੱਬੇ ਪਾਸੇ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਉਹ ਹੈ ਵਿਸ਼ਨੂੰ ਮੰਦਰ, ਸੂਰਜ ਮੰਦਰ, ਗੁਮਤੇਸ਼ਵਰ ਬੁੱਤ ਅਤੇ ਖਜੁਰਾਹੋ ਮੰਦਰ। ਅਤੇ ਇਸ ਦੇ ਸੱਜੇ ਪਾਸੇ ਕਰਨਾਟਕ, ਜਗਨਨਾਥਪੁਰੀ, ਮੱਧ ਪ੍ਰਦੇਸ਼ ਅਤੇ ਕੋਨਾਰਕ ਲਿਖਿਆ ਹੋਇਆ ਹੈ। ਤੁਸੀਂ ਇਸ ਦਾ ਸਹੀ ਮਿਲਾਨ ਕਰਨਾ ਹੈ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਦੇ ਉੱਤਰ ਸੋਚ ਲਏ ਹੋਣਗੇ। ਅਤੇ ਆਓ ਫਿਰ ਸਹੀ ਉੱਤਰ ਮਿਲਾਨ ਕਰੀਏ। ਵਿਸ਼ਨੂੰ ਮੰਦਰ, ਜਗਨਨਾਥਪੁਰੀ, ਸੂਰਜ ਮੰਦਰ, ਕੋਨਾਰਕ, ਗੁਮਤੇਸ਼ਵਰ ਦਾ ਬੁੱਤ, ਕਰਨਾਟਕ, ਅਤੇ ਖਜੁਰਾਹੋ ਮੰਦਰ, ਮੱਧ ਪ੍ਰਦੇਸ਼। ਇਸ ਤੋਂ ਅੱਗੇ ਆਪਾਂ ਕੁਝ ਦੁਹਰਾਈ ਲਈ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ, ਤੇਜਪਾਲ ਮੰਦਰ ਕਿੱਥੇ ਸਥਿਤ ਹੈ? ਤੇਜਪਾਲ ਮੰਦਰ ਕਿੱਥੇ ਸਥਿਤ ਹੈ? ਪ੍ਰਸ਼ਨ ਨੰਬਰ 2, ਮੰਦਰ ਨਿਰਮਾਣ ਕਲਾ ਦੀ ਸ਼ੈਲੀ ਕਿਹੜੀ ਹੈ? ਮੰਦਰ ਨਿਰਮਾਣ ਕਲਾ ਦੀ ਸ਼ੈਲੀ ਕਿਹੜੀ ਹੈ? ਪ੍ਰਸ਼ਨ ਨੰਬਰ 3, ਨਾਗਰਾ ਨਿਰਮਾਣ ਕਲਾ ਸ਼ੈਲੀ ਦੇ ਹੋਰ ਨਮੂਨੇ ਦੱਸੋ। ਨਾਗਰਾ ਨਿਰਮਾਣ ਕਲਾ ਸ਼ੈਲੀ ਦੇ ਹੋਰ ਨਮੂਨੇ ਦੱਸੋ। ਪ੍ਰਸ਼ਨ ਨੰਬਰ 4, ਮਾਊਂਟ ਆਬੂ ਵਿਖੇ ਤੇਜਪਾਲ ਮੰਦਰ ਕਿਸ ਵੰਸ਼ ਦੇ ਸ਼ਾਸਕਾਂ ਨੇ ਬਣਾਇਆ? ਮਾਊਂਟ ਆਬੂ ਵਿਖੇ ਤੇਜਪਾਲ ਮੰਦਰ ਕਿਸ ਵੰਸ਼ ਦੇ ਸ਼ਾਸਕਾਂ ਨੇ ਬਣਾਇਆ? ਅਤੇ ਪ੍ਰਸ਼ਨ ਨੰਬਰ 5, ਗੁਮਤੇਸ਼ਵਰ ਦਾ ਬੁੱਤ ਕਿੱਥੇ ਸਥਿਤ ਹੈ? ਗੁਮਤੇਸ਼ਵਰ ਦਾ ਬੁੱਤ ਕਿੱਥੇ ਸਥਿਤ ਹੈ? ਉਮੀਦ ਹੈ ਕਿ ਤੁਸੀਂ ਇਹਨਾਂ ਦੇ ਉੱਤਰ ਸੋਚ ਲਏ ਹੋਣਗੇ। ਅਤੇ ਆਓ ਫਿਰ ਇਹਨਾਂ ਦੇ ਉੱਤਰ ਜਾਣੀਏ। ਤੇਜਪਾਲ ਮੰਦਰ ਮਾਊਂਟ ਆਬੂ ਵਿਖੇ ਸਥਿਤ ਹੈ। ਮੰਦਰ ਨਿਰਮਾਣ ਕਲਾ ਦੀ ਸ਼ੈਲੀ ਨਾਗਰਾ ਸ਼ੈਲੀ ਹੈ। ਨਾਗਰਾ ਨਿਰਮਾਣ ਕਲਾ ਸ਼ੈਲੀ ਦੇ ਹੋਰ ਨਮੂਨੇ ਲਿੰਗਰਾਜ ਮੰਦਰ, ਸੂਰਜ ਮੰਦਰ ਅਤੇ ਜਗਨਨਾਥ ਦੇ ਮੰਦਰ ਹਨ। ਮਾਊਂਟ ਆਬੂ ਵਿਖੇ ਤੇਜਪਾਲ ਮੰਦਰ ਸੋਲੰਕੀ ਵੰਸ਼ ਦੇ ਸ਼ਾਸਕਾਂ ਨੇ ਬਣਾਇਆ। ਗੁਮਤੇਸ਼ਵਰ ਦਾ ਬੁੱਤ ਕਰਨਾਟਕ ਵਿਖੇ ਸਥਿਤ ਹੈ। ਗੁਮਤੇਸ਼ਵਰ ਦਾ ਬੁੱਤ ਕਰਨਾਟਕ ਵਿਖੇ ਸਥਿਤ ਹੈ। ਆਓ ਹੁਣ ਆਪਾਂ ਖਾਲੀ ਥਾਵਾਂ ਭਰਾਂਗੇ। ਸਭ ਤੋਂ ਪਹਿਲਾ ਨੰਬਰ 1, ਪੱਲਵ ਡੈਸ਼ ਅਤੇ ਚੋਲ ਸ਼ਾਸਕ ਕਲਾ ਅਤੇ ਭਵਨ ਨਿਰਮਾਣ ਕਲਾ ਦੇ ਬਹੁਤ ਪ੍ਰੇਮੀ ਸਨ। ਨੰਬਰ 2, ਰਾਜ ਨੇ ਡੈਸ਼ ਮੰਦਰ ਬਣਾਇਆ। ਰਾਜ ਨੇ ਡੈਸ਼ ਮੰਦਰ ਬਣਾਇਆ। ਨੰਬਰ 3, ਚੋਲ ਸ਼ਾਸਕਾਂ ਨੇ ਮੰਦਰ ਡੈਸ਼ ਸ਼ੈਲੀ ਨਿਰਮਾਣ ਕਲਾ ਦੇ ਅਨੁਸਾਰ ਬਣਾਏ। ਚੋਲ ਸ਼ਾਸਕਾਂ ਨੇ ਮੰਦਰ ਡੈਸ਼
निर्माण कला शैली के अनुसार बनाए। नंबर 4, राज राजेश्वर मंदिर के मुख द्वार नूं डैश कहा जाता है। राज राजेश्वर मंदिर के मुख द्वार नूं डैश कहा जाता है। नंबर 5, डैश मंदिर संसार के निर्माण कला अजूबियां विचों एक कहा जाता है। डैश मंदिर संसार के निर्माण कला अजूबियां विचों एक कहा जाता है। आओ हुण आपां इस दे सही उत्तर जाणीए। पल्लव, पांड्या अते चोल शासक कला अते भवन निर्माण कला दे बहुत प्रेमी सन। राज राज ने राजेश्वर मंदिर बनाया। चोल शासकां ने मंदिर द्रविड़ शैली निर्माण कला के अनुसार बनाए। चोल शासकां ने मंदिर द्रविड़ शैली निर्माण कला के अनुसार बनाए। राज राजेश्वर मंदिर के मुख द्वार नूं गोपुरम कहा जाता है। कैलाश मंदिर संसार के निर्माण कला अजूबियां विचों एक कहा जाता है। कैलाश मंदिर संसार के निर्माण कला अजूबियां विचों एक कहा जाता है। सही गलत दसो। नंबर 1, राजेंद्र पहले ने राज राजेश्वर मंदिर बनाया। नंबर 2, गोपुरम की उचाई लगभग 95 मीटर है। नंबर 3, राज राजेश्वर मंदिर भगवान शिव जी नूं समर्पित है। नंबर 4, कैलाश मंदिर चोल शासकां ने बनाया। तो प्यारे बच्चों, इन्हां नूं तुसीं ध्यान नाल देखो अते ये फैसला करो कि इन्हां विचों किहड़ा वाक सही है और किहड़ा गलत है। तो आओ इन्हां दे उत्तर जाणीए। राजेंद्र पहले ने राज राजेश्वर मंदिर बनाया, गलत। गोपुरम की उचाई लगभग 95 मीटर है, सही। राज राजेश्वर मंदिर भगवान शिव जी नूं समर्पित है, बिल्कुल सही। कैलाश मंदिर चोल शासकां ने बनाया, गलत। हेठ लिखे प्रश्नां दे उत्तर दिओ। सब तो पहला प्रश्न, कैलाश मंदिर का निर्माण किसने करवाया सी? कैलाश मंदिर का निर्माण किसने करवाया सी? नंबर 2, कैलाश मंदिर कित्थे स्थित है? कैलाश मंदिर कित्थे स्थित है? नंबर 3, कैलाश मंदिर की उसारी किवें कीती गई है? कैलाश मंदिर की उसारी किवें कीती गई है? नंबर 4, राज राजेश्वर मंदिर के मुख द्वार नूं की कहंदे हन? ते नंबर 5, राजेंद्र पहले ने किहड़ा मंदिर बनाया? राजेंद्र पहले ने किहड़ा मंदिर बनाया? आओ हुण इन्हां दे उत्तर जाणीए। कैलाश मंदिर का निर्माण राष्ट्रकूट शासकां ने करवाया सी। कैलाश मंदिर एलोरा विखे स्थित है। कैलाश मंदिर की उसारी चट्टानां कट के कीती गई सी। राज राजेश्वर मंदिर के मुख द्वार नूं गोपुरम कहंदे हन। ते राजेंद्र पहले ने जिहड़ा मंदिर बनाया सी उस दा नाम है गंगई कोड़ चोलपुरम। ते हुण आपां कुछ खाली थावां भरन की कोशिश करांगे। डैश द्वारा कुतुब मीनार की उसारी करवाई गई सी। डैश द्वारा कुतुब मीनार की उसारी करवाई गई सी। डैश भवन उसारी कला नां की एक शैली का जन्म होया। कुवत अल इस्लाम मस्जिद दीयां दीवारां उत्ते डैश दीयां पवित्र आयतां लिखियां होईयां हन।
ਕੁਤਬ ਮੀਨਾਰ ਦੀਆਂ ਡੈਸ਼ ਮੰਜ਼ਿਲਾਂ ਹਨ। ਅਲਾਈ ਦਰਵਾਜ਼ਾ ਡੈਸ਼ ਨੇ ਬਣਾਇਆ। ਜਹਾਂ ਪਨਾਹ ਨਾਂ ਦੇ ਨਗਰ ਦੀ ਉਸਾਰੀ ਡੈਸ਼ ਨੇ ਕਰਵਾਈ। ਤੇ ਆਓ ਹੁਣ ਇਹਨਾਂ ਦੇ ਉੱਤਰ ਜਾਣੀਏ। ਕੁਤਬਦੀਨ ਐਬਕ ਦੁਆਰਾ ਕੁਤਬ ਮੀਨਾਰ ਦੀ ਉਸਾਰੀ ਕਰਵਾਈ ਗਈ ਸੀ। ਭਾਰਤੀ ਮੁਸਲਿਮ ਭਵਨ ਉਸਾਰੀ ਕਲਾ ਨਾਂ ਦੀ ਇੱਕ ਸ਼ੈਲੀ ਦਾ ਜਨਮ ਹੋਇਆ। ਕੁਵਤ ਅਲ ਇਸਲਾਮ ਮਸਜਿਦ ਦੀਆਂ ਦੀਵਾਰਾਂ ਉੱਤੇ ਕੁਰਾਨ ਦੀਆਂ ਪਵਿੱਤਰ ਆਇਤਾਂ ਲਿਖੀਆਂ ਹੋਈਆਂ ਹਨ। ਕੁਤਬ ਮੀਨਾਰ ਦੀਆਂ 5 ਮੰਜ਼ਿਲਾਂ ਹਨ। ਅਲਾਈ ਦਰਵਾਜ਼ਾ ਅਲਾਉਦੀਨ ਖਿਲਜੀ ਨੇ ਬਣਾਇਆ। ਜਹਾਂ ਪਨਾਹ ਨਾਂ ਦੇ ਨਗਰ ਦੀ ਉਸਾਰੀ ਮੁਹੰਮਦ ਬਿਨ ਤੁਗਲਕ ਨੇ ਕਰਵਾਈ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਸਭ ਤੋਂ ਪਹਿਲਾ ਪ੍ਰਸ਼ਨ, 2.5 ਦਿਨ ਕਾ ਝੌਂਪੜਾ ਨਾਂ ਦੀ ਮਸਜਿਦ ਕਿਸ ਨੇ ਬਣਵਾਈ ਸੀ? 2.5 ਦਿਨ ਕਾ ਝੌਂਪੜਾ ਨਾਂ ਦੀ ਮਸਜਿਦ ਕਿਸ ਨੇ ਬਣਵਾਈ ਸੀ? ਕੁਤਬ ਮੀਨਾਰ ਦੀ ਉਚਾਈ ਕਿੰਨੀ ਹੈ? ਪ੍ਰਸ਼ਨ ਨੰਬਰ 3, 1000 ਥੰਮਾਂ ਵਾਲਾ ਮਹਿਲ ਅਤੇ ਹੌਜ਼ੇ ਖਾਸ ਕਿਸ ਦੁਆਰਾ ਬਣਵਾਏ ਗਏ? ਪ੍ਰਸ਼ਨ ਨੰਬਰ 4, ਫਿਰੋਜ਼ ਸ਼ਾਹ ਤੁਗਲਕ ਦੁਆਰਾ ਵਸਾਏ ਗਏ ਕੁਝ ਨਗਰਾਂ ਦੇ ਨਾਂ ਦੱਸੋ। ਤੇ ਪ੍ਰਸ਼ਨ ਨੰਬਰ 5, ਮੇਠ ਦੀ ਮਸਜਿਦ ਅਤੇ ਬਾੜਾ ਗੁੰਬਦ ਕਿਸ ਕਾਲ ਵਿੱਚ ਬਣਾਏ ਗਏ ਸਨ? ਉਮੀਦ ਹੈ ਕਿ ਇਹਨਾਂ ਦੇ ਉੱਤਰ ਤੁਸੀਂ ਸੋਚ ਲਏ ਹੋਣਗੇ। ਤੇ ਆਓ ਉੱਤਰ ਜਾਣੀਏ। 2.5 ਦਿਨ ਕਾ ਝੌਂਪੜਾ ਨਾਂ ਦੀ ਮਸਜਿਦ ਕੁਤਬਦੀਨ ਐਬਕ ਨੇ ਬਣਾਈ ਸੀ। ਕੁਤਬ ਮੀਨਾਰ ਦੀ ਉਚਾਈ 70 ਮੀਟਰ ਹੈ। 1000 ਥੰਮਾਂ ਵਾਲਾ ਮਹਿਲ ਅਤੇ ਹੌਜ਼ੇ ਖਾਸ ਅਲਾਉਦੀਨ ਖਿਲਜੀ ਦੁਆਰਾ ਬਣਵਾਏ ਗਏ। ਫਿਰੋਜ਼ ਸ਼ਾਹ ਤੁਗਲਕ ਦੁਆਰਾ ਵਸਾਏ ਗਏ ਕੁਝ ਨਗਰਾਂ ਦੇ ਨਾਮ ਹਨ ਫਿਰੋਜ਼ਾਬਾਦ, ਹਿਸਾਰ ਅਤੇ ਜੌਨਪੁਰ। ਮੇਠ ਦੀ ਮਸਜਿਦ ਅਤੇ ਬਾੜਾ ਗੁੰਬਦ ਲੋਧੀ ਕਾਲ ਸਮੇਂ ਬਣਾਏ ਗਏ ਸਨ। ਆਓ ਹੁਣ ਸਹੀ ਮਿਲਾਨ ਕਰੀਏ। ਤੁਹਾਡੀ ਸਕਰੀਨ ਦੇ ਖੱਬੇ ਪਾਸੇ ਜੋ ਲਿਖਿਆ ਤੁਹਾਨੂੰ ਦਿਖ ਰਿਹਾ ਹੈ, ਤੁਗਲਕਾਬਾਦ, ਫਿਰੋਜ਼ ਸ਼ਾਹ ਦਾ ਮਕਬਰਾ, ਚਾਰ ਮੀਨਾਰ, 2.5 ਦਿਨ ਕਾ ਝੌਂਪੜਾ, ਜਾਮਾ ਮਸਜਿਦ। ਅਤੇ ਤੁਹਾਡੀ ਸਕਰੀਨ ਦੇ ਬਿਲਕੁਲ ਸੱਜੇ ਪਾਸੇ ਹੈਦਰਾਬਾਦ, ਦਿੱਲੀ, ਗੁਲਬਰਗਾ, ਦਿੱਲੀ ਅਤੇ ਅਜਮੇਰ। ਹੁਣ ਇਹਨਾਂ ਨੂੰ ਸਹੀ ਮਿਲਾਨ ਕਰਨਾ ਹੈ। ਤੇ ਆਓ ਇਹਨਾਂ ਦੇ ਉੱਤਰ ਫਿਰ ਜਾਣੀਏ। ਤੁਗਲਕਾਬਾਦ ਦਿੱਲੀ, ਫਿਰੋਜ਼ ਸ਼ਾਹ ਦਾ ਮਕਬਰਾ ਗੁਲਬਰਗਾ ਵਿਖੇ, ਚਾਰ ਮੀਨਾਰ हैदराबाद, 2.5 दिन का चौंपड़ा अजमेर, जामा मस्जिद दिल्ली। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਦੱਖਣੀ ਭਾਰਤ ਦੇ ਮੰਦਰ ਕਿਹੜੇ ਹਨ? ਪ੍ਰਸ਼ਨ ਨੰਬਰ 1, ਦੱਖਣੀ ਭਾਰਤ ਦੇ ਮੰਦਰ ਕਿਹੜੇ ਹਨ? ਪ੍ਰਸ਼ਨ ਨੰਬਰ 2, ਕੁਤਬਦੀਨ ਐਬਕ ਨੇ ਦਿੱਲੀ ਦੇ ਨੇੜੇ ਕਿੱਥੇ ਕੁਤਬ ਮੀਨਾਰ ਦੀ ਉਸਾਰੀ ਸ਼ੁਰੂ ਕਰਵਾਈ? ਜਹਾਂਪਨਾਹ ਨਾਂ ਦੇ ਨਗਰ ਦੀ ਉਸਾਰੀ ਕਿਸ ਨੇ ਕਰਵਾਈ? ਪ੍ਰਸ਼ਨ ਨੰਬਰ 4, ਜਾਮਾ ਮਸਜਿਦ ਅਤੇ ਚਾਰ ਮੀਨਾਰ ਕਿਸ ਰਾਜਕਾਲ ਸਮੇਂ ਬਣਾਏ ਗਏ? ਪ੍ਰਸ਼ਨ ਨੰਬਰ 5, ਵਿਜੇਨਗਰ ਰਾਜ ਦੇ ਰਾਜਿਆਂ ਦੁਆਰਾ ਬਣਾਏ ਗਏ 2 ਮੰਦਰਾਂ ਦੇ ਨਾਮ ਦੱਸੋ। ਤੇ ਆਓ ਫਿਰ ਇਹਨਾਂ ਦੇ ਉੱਤਰ ਜਾਣੀਏ। ਦੱਖਣੀ ਭਾਰਤ ਦੇ ਮੰਦਰ ਰਾਜ ਰਾਜੇਸ਼ਵਰ, ਗੰਗਈ ਕੋਂਡ ਤੇ ਕੈਲਾਸ਼ ਮੰਦਰ। ਕੁਤਬਦੀਨ ਐਬਕ ਨੇ ਦਿੱਲੀ ਦੇ ਨੇੜੇ ਕੁਤਬ ਮੀਨਾਰ ਦੀ ਉਸਾਰੀ ਮਹਿਰੌਲੀ ਵਿਖੇ ਕਰਵਾਈ ਸੀ। ਜਹਾਂਪਨਾਹ ਨਾਂ ਦੇ ਨਗਰ ਦੀ ਉਸਾਰੀ ਮੁਹੰਮਦ ਬਿਨ ਤੁਗਲਕ ਨੇ
ਕਰਵਾਈ ਸੀ। ਜਾਮਾ ਮਸਜਿਦ ਅਤੇ ਚਾਰ ਮੀਨਾਰ ਬਾਹਮਣੀ ਰਾਜ ਕਾਲ ਸਮੇਂ ਬਣਾਏ ਗਏ। ਵਿਜੇਨਗਰ ਰਾਜ ਦੇ ਰਾਜਿਆਂ ਦੁਆਰਾ ਬਣਾਏ ਗਏ ਦੋ ਮੰਦਿਰਾਂ ਦੇ ਨਾਮ ਨੇ ਹਜ਼ਾਰਾ ਰਾਮ ਅਤੇ ਬਿੱਠਲ ਸੁਆਮੀ ਮੰਦਰ। ਖਾਲੀ ਥਾਵਾਂ ਭਰੋ। ਨੰਬਰ 1, ਅਕਬਰ ਨੇ ਬਹੁਤ ਸਾਰੇ ਕਿਲੇ ਅਤੇ ਇਮਾਰਤਾਂ ਡੈਸ਼ ਦੀਆਂ ਬਣਾਈਆਂ ਸਨ। ਅਕਬਰ ਨੇ ਗੁਜਰਾਤ ਦੀ ਜਿੱਤ ਵਿੱਚ ਇੱਕ ਡੈਸ਼ ਬਣਾਇਆ। ਇਤਮਾਦ ਉਦ ਦੌਲਾ ਦਾ ਮਕਬਰਾ ਡੈਸ਼ ਨੇ ਬਣਾਇਆ। ਨੰਬਰ 4, ਪੰਚ ਮਹਿਲ ਡੈਸ਼ ਬਾਦਸ਼ਾਹ ਨੇ ਬਣਾਇਆ। ਤੇ ਆਓ ਇਹਨਾਂ ਦੇ ਉੱਤਰ ਜਾਣੀਏ। ਅਕਬਰ ਨੇ ਬਹੁਤ ਸਾਰੇ ਕਿਲੇ ਅਤੇ ਇਮਾਰਤਾਂ ਲਾਲ ਪੱਥਰ ਦੀਆਂ ਬਣਾਈਆਂ ਸਨ। ਅਕਬਰ ਨੇ ਗੁਜਰਾਤ ਦੀ ਜਿੱਤ ਵਿੱਚ ਇੱਕ ਬੁਲੰਦ ਦਰਵਾਜ਼ਾ ਬਣਾਇਆ। ਇਤਮਾਦ ਉਦ ਦੌਲਾ ਦਾ ਮਕਬਰਾ ਜਹਾਂਗੀਰ ਨੇ ਬਣਾਇਆ ਤੇ ਪੰਚ ਮਹਿਲ ਅਕਬਰ ਬਾਦਸ਼ਾਹ ਨੇ ਬਣਵਾਇਆ। ਤੇ ਆਓ ਬੱਚਿਓ ਹੁਣ ਕੁਝ ਪ੍ਰਸ਼ਨਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪ੍ਰਸ਼ਨ ਨੰਬਰ 1, ਫਤਿਹਪੁਰ ਸੀਕਰੀ ਵਿਖੇ ਕਿਹੜੀਆਂ ਇਮਾਰਤਾਂ ਪ੍ਰਸਿੱਧ ਹਨ? ਫਤਿਹਪੁਰ ਸੀਕਰੀ ਵਿਖੇ ਕਿਹੜੀਆਂ ਇਮਾਰਤਾਂ ਪ੍ਰਸਿੱਧ ਹਨ? ਤਾਂ ਇਸ ਦਾ ਉੱਤਰ ਹੈ ਫਤਿਹਪੁਰ ਸੀਕਰੀ ਵਿਖੇ ਜੋ ਇਮਾਰਤਾਂ ਪ੍ਰਸਿੱਧ ਹਨ ਉਹ ਹੈ ਜਾਮਾ ਮਸਜਿਦ, ਪੰਚ ਮਹਿਲ, ਦੀਵਾਨੇ ਖਾਸ, ਦੀਵਾਨੇ ਆਮ ਅਤੇ ਬੁਲੰਦ ਦਰਵਾਜ਼ਾ। ਪ੍ਰਸ਼ਨ ਨੰਬਰ 2, ਬੁਲੰਦ ਦਰਵਾਜ਼ਾ ਅਕਬਰ ਨੇ ਕਿਸ ਦੀ ਯਾਦ ਦੇ ਵਿੱਚ ਬਣਵਾਇਆ ਸੀ? ਬੁਲੰਦ ਦਰਵਾਜ਼ਾ ਅਕਬਰ ਨੇ ਕਿਸ ਦੀ ਯਾਦ ਦੇ ਵਿੱਚ ਬਣਾਇਆ? ਤਾਂ ਇਸ ਦਾ ਉੱਤਰ ਹੈ ਬੁਲੰਦ ਦਰਵਾਜ਼ਾ ਅਕਬਰ ਨੇ ਗੁਜਰਾਤ ਦੀ ਜਿੱਤ ਦੀ ਯਾਦ ਦੇ ਵਿੱਚ ਬਣਵਾਇਆ ਸੀ। ਬੁਲੰਦ ਦਰਵਾਜ਼ਾ ਅਕਬਰ ਨੇ ਗੁਜਰਾਤ ਦੀ ਜਿੱਤ ਦੀ ਯਾਦ ਦੇ ਵਿੱਚ ਬਣਵਾਇਆ ਸੀ। ਪ੍ਰਸ਼ਨ ਨੰਬਰ 3, ਜਹਾਂਗੀਰ ਨੇ ਅਕਬਰ ਦਾ ਮਕਬਰਾ ਕਿੱਥੇ ਬਣਵਾਇਆ? ਜਹਾਂਗੀਰ ਨੇ ਅਕਬਰ ਦਾ ਮਕਬਰਾ ਕਿੱਥੇ ਬਣਾਇਆ? ਤਾਂ ਇਸ ਦਾ ਉੱਤਰ ਹੈ ਜਹਾਂਗੀਰ ਨੇ ਅਕਬਰ ਦਾ ਮਕਬਰਾ ਸਿਕੰਦਰਾ ਵਿਖੇ ਬਣਾਇਆ। ਜਹਾਂਗੀਰ ਨੇ ਅਕਬਰ ਦਾ ਮਕਬਰਾ ਸਿਕੰਦਰਾ ਵਿਖੇ ਬਣਾਇਆ। ਅਗਲਾ ਪ੍ਰਸ਼ਨ, ਅਕਬਰ ਦੀਆਂ ਇਮਾਰਤਾਂ ਕਿਸ ਕਲਾ ਦੇ ਨਮੂਨੇ ਦੀਆਂ ਸਨ? ਅਕਬਰ ਦੀਆਂ ਇਮਾਰਤਾਂ ਕਿਸ ਕਲਾ ਦੇ ਨਮੂਨੇ ਦੀਆਂ ਸਨ? ਤਾਂ ਇਸ ਦਾ ਉੱਤਰ ਹੈ ਕਿ ਅਕਬਰ ਦੀਆਂ ਇਮਾਰਤਾਂ ਈਰਾਨੀ ਅਤੇ ਹਿੰਦੂ ਭਵਨ ਨਿਰਮਾਣ ਕਲਾ ਦੇ ਨਮੂਨੇ ਦੀਆਂ ਸਨ। ਅਕਬਰ ਦੀਆਂ ਇਮਾਰਤਾਂ ਈਰਾਨੀ ਅਤੇ ਹਿੰਦੂ ਭਵਨ ਨਿਰਮਾਣ ਕਲਾ ਦੇ ਨਮੂਨੇ ਦੀਆਂ ਸਨ। ਤੇ ਆਓ ਹੁਣ ਕੁਝ ਖਾਲੀ ਥਾਵਾਂ ਭਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾ ਹੈ ਕਿ ਸ਼ਾਹਜਹਾਂ ਇੱਕ ਮਹਾਨ ਡੈਸ਼ ਸੀ। ਉਸ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਡੈਸ਼ ਸਨ। ਨੰਬਰ 3, ਡੈਸ਼ ਦੀ ਇਮਾਰਤ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਤੇ ਨੰਬਰ 4, ਸ਼ਾਹਜਹਾਂ ਨੇ ਤਾਜ ਮਹਿਲ ਦਾ ਨਿਰਮਾਣ ਡੈਸ਼ ਦੀ ਯਾਦ ਦੇ ਵਿੱਚ ਕਰਵਾਇਆ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹਨਾਂ ਦੇ ਉੱਤਰ ਆਉਂਦੇ ਹੋਣਗੇ ਬੱਚਿਓ, ਤੁਸੀਂ ਸੋਚ ਲਏ ਹੋਣਗੇ। ਤੇ ਆਓ ਫਿਰ ਇਹਨਾਂ ਦੇ ਉੱਤਰ ਜਾਣੀਏ। ਸ਼ਾਹਜਹਾਂ ਇੱਕ ਮਹਾਨ ਭਵਨ ਨਿਰਮਾਤਾ ਸੀ। ਉਸ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਸੁੰਦਰ ਅਤੇ ਸੋਹਣੀਆਂ ਸਨ। ਤਾਜ ਮਹਿਲ ਦੀ ਇਮਾਰਤ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਤੇ ਸਭ ਤੋਂ ਅਖੀਰ ਸ਼ਾਹਜਹਾਂ ਨੇ ਤਾਜ ਮਹਿਲ ਦਾ ਨਿਰਮਾਣ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਕਰਵਾਇਆ। ਤੇ ਆਓ ਬੱਚਿਓ ਹੁਣ ਸਹੀ ਗਲਤ ਦੀ ਗੱਲ ਕਰਦੇ ਹਾਂ। ਇਹਨਾਂ ਵਾਕਾਂ ਨੂੰ ਧਿਆਨ ਨਾਲ ਦੇਖਣਾ ਹੈ ਕਿ ਤਾਜ ਮਹਿਲ ਦਾ ਨਿਰਮਾਣ ਅਕਬਰ ਨੇ ਕਰਵਾਇਆ, ਸਹੀ ਜਾਂ ਗਲਤ?
ਨੰਬਰ 2, ਤਾਜ ਮਹਿਲ ਦਾ ਨਿਰਮਾਣ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਸੀ। ਸਹੀ ਜਾਂ ਗਲਤ? ਨੰਬਰ 3, ਤਾਜ ਮਹਿਲ ਦੀ ਉਸਾਰੀ ਵਿੱਚ 10 ਸਾਲ ਲੱਗੇ। ਸਹੀ ਜਾਂ ਗਲਤ? ਤੇ ਨੰਬਰ 4, ਤਾਜ ਮਹਿਲ ਦੇ ਨਿਰਮਾਣ ਤੇ 3 ਕਰੋੜ ਰੁਪਏ ਖਰਚ ਹੋਏ। ਉਮੀਦ ਹੈ ਕਿ ਤੁਸੀਂ ਇਹਨਾਂ ਦੇ ਉੱਤਰ ਸੋਚ ਲਏ ਹੋਣਗੇ। ਤਾਂ ਪਹਿਲਾ, ਤਾਜ ਮਹਿਲ ਦਾ ਨਿਰਮਾਣ ਅਕਬਰ ਨੇ ਕਰਵਾਇਆ, ਗਲਤ, ਕਿਉਂਕਿ ਇਸ ਦਾ ਨਿਰਮਾਣ ਸ਼ਾਹਜਹਾਂ ਦੁਆਰਾ ਕਰਵਾਇਆ ਗਿਆ ਸੀ। ਤਾਜ ਮਹਿਲ ਦਾ ਨਿਰਮਾਣ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਸੀ, ਬਿਲਕੁਲ ਸਹੀ। ਤਾਜ ਮਹਿਲ ਦੀ ਉਸਾਰੀ ਵਿੱਚ 10 ਸਾਲ ਲੱਗੇ, ਗਲਤ ਜਵਾਬ। ਤਾਜ ਮਹਿਲ ਦੇ ਨਿਰਮਾਣ ਤੇ 3 ਕਰੋੜ ਰੁਪਏ ਖਰਚ ਹੋਏ ਸਨ, ਬਿਲਕੁਲ ਸਹੀ। ਹੁਣ ਕੁਝ ਪ੍ਰਸ਼ਨਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਬੱਚਿਓ। ਪਹਿਲਾ ਪ੍ਰਸ਼ਨ, ਤਾਜ ਮਹਿਲ ਦੇ ਨਿਰਮਾਣ ਸਮੇਂ ਲਗਭਗ ਕਿੰਨੇ ਕਾਰੀਗਰ ਲੱਗੇ ਸਨ? ਤਾਜ ਮਹਿਲ ਦੇ ਨਿਰਮਾਣ ਸਮੇਂ ਲਗਭਗ ਕਿੰਨੇ ਕਾਰੀਗਰ ਲੱਗੇ ਸਨ? ਤਾਂ ਇਸ ਦਾ ਉੱਤਰ ਹੈ ਕਿ ਤਾਜ ਮਹਿਲ ਦੇ ਨਿਰਮਾਣ ਸਮੇਂ ਲਗਭਗ 20,000 ਕਾਰੀਗਰ ਲੱਗੇ ਸਨ। ਤਾਜ ਮਹਿਲ ਦੇ ਨਿਰਮਾਣ ਸਮੇਂ ਲਗਭਗ 20,000 ਕਾਰੀਗਰ ਲੱਗੇ ਸਨ। ਅਗਲਾ ਪ੍ਰਸ਼ਨ ਹੈ ਕਿ ਤਾਜ ਮਹਿਲ ਕਿਸ ਚੀਜ਼ ਦਾ ਬਣਿਆ ਹੋਇਆ ਹੈ? ਤਾਜ ਮਹਿਲ ਕਿਸ ਚੀਜ਼ ਦਾ ਬਣਿਆ ਹੋਇਆ ਹੈ? ਤਾਜ ਮਹਿਲ ਸੰਗੇਮਰਮਰ ਦਾ ਬਣਿਆ ਹੋਇਆ ਹੈ। ਤਾਜ ਮਹਿਲ ਸੰਗੇਮਰਮਰ ਦਾ ਬਣਿਆ ਹੋਇਆ ਹੈ। ਅਗਲਾ ਪ੍ਰਸ਼ਨ ਹੈ, ਇਹ ਵੀ ਤਾਜ ਮਹਿਲ ਨਾਲ ਹੀ ਸੰਬੰਧਿਤ ਹੈ ਬੱਚਿਓ, ਕਿ ਤਾਜ ਮਹਿਲ ਨੂੰ ਕਿਵੇਂ ਸਜਾਇਆ ਗਿਆ ਹੈ? ਤਾਂ ਇਸ ਦਾ ਉੱਤਰ ਹੈ ਕਿ ਤਾਜ ਮਹਿਲ ਨੂੰ ਦੂਸਰੇ ਦੇਸ਼ਾਂ ਤੋਂ ਮੰਗਵਾਏ ਗਏ ਲਗਭਗ 20 ਤਰ੍ਹਾਂ ਦੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਹੈ। ਜੋ ਅਗਲਾ ਪ੍ਰਸ਼ਨ ਹੈ ਉਹ ਵੀ ਤਾਜ ਮਹਿਲ ਨਾਲ ਹੀ ਸੰਬੰਧਿਤ ਹੈ ਕਿ ਤਾਜ ਮਹਿਲ ਦੀ ਗਿਣਤੀ ਕਿਸ ਵਿੱਚ ਕੀਤੀ ਜਾਂਦੀ ਹੈ? ਤਾਜ ਮਹਿਲ ਦੀ ਗਿਣਤੀ ਕਿਸ ਵਿੱਚ ਕੀਤੀ ਜਾਂਦੀ ਹੈ? ਤਾਂ ਇਸ ਦਾ ਉੱਤਰ ਹੈ ਕਿ ਤਾਜ ਮਹਿਲ ਦੀ ਗਿਣਤੀ ਦੁਨੀਆ ਦੇ 7 ਅਜੂਬਿਆਂ ਵਿੱਚ ਕੀਤੀ ਜਾਂਦੀ ਹੈ। ਤਾਜ ਮਹਿਲ ਦੀ ਗਿਣਤੀ ਦੁਨੀਆ ਦੇ 7 ਅਜੂਬਿਆਂ ਵਿੱਚ ਕੀਤੀ ਜਾਂਦੀ ਹੈ। ਤੇ ਆਓ ਕੁਝ ਹੋਰ ਪ੍ਰਸ਼ਨਾਂ ਦੇ ਉੱਤਰ ਵੀ ਜਾਣੀਏ। ਪਹਿਲਾ ਪ੍ਰਸ਼ਨ, ਲਾਲ ਕਿਲ੍ਹਾ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਲਾਲ ਕਿਲ੍ਹਾ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਤਾਂ ਇਸ ਦਾ ਉੱਤਰ ਹੈ ਕਿ ਲਾਲ ਕਿਲ੍ਹਾ ਯਮੁਨਾ ਨਦੀ ਦੇ ਕਿਨਾਰੇ ਸਥਿਤ ਹੈ। ਅਗਲਾ ਪ੍ਰਸ਼ਨ, ਕਿ ਲਾਲ ਕਿਲ੍ਹੇ ਦੀਆਂ ਕੁਝ ਸੁੰਦਰ ਇਮਾਰਤਾਂ ਦੇ ਨਾਮ ਦੱਸੋ। ਤਾਂ ਜੋ ਲਾਲ ਕਿਲ੍ਹੇ ਦੀਆਂ ਸੁੰਦਰ ਇਮਾਰਤਾਂ ਨੇ ਉਹ ਨੇ ਰੰਗ ਮਹਿਲ, ਦੀਵਾਨੇ ਆਮ, ਦੀਵਾਨੇ ਖਾਸ, ਸ਼ਾਹ ਬੁਰਜ ਅਤੇ ਖਵਾਬਗਾਹ। ਅਗਲਾ ਪ੍ਰਸ਼ਨ, ਦੀਵਾਨੇ ਖਾਸ ਨੂੰ ਕਿਸ ਤਰ੍ਹਾਂ ਸਜਾਇਆ ਗਿਆ ਹੈ? ਦੀਵਾਨੇ ਖਾਸ ਨੂੰ ਕਿਸ ਤਰ੍ਹਾਂ ਸਜਾਇਆ ਗਿਆ ਹੈ? ਇਸ ਨੂੰ ਕੀਮਤੀ ਪੱਥਰਾਂ, ਹੀਰਿਆਂ ਅਤੇ ਸੋਨੇ ਚਾਂਦੀ ਦੀਆਂ ਚੀਜ਼ਾਂ ਨਾਲ ਸਜਾਇਆ ਗਿਆ ਹੈ। ਇਸ ਨੂੰ ਕੀਮਤੀ ਪੱਥਰਾਂ, ਹੀਰਿਆਂ ਅਤੇ ਸੋਨੇ ਚਾਂਦੀ ਦੀਆਂ ਚੀਜ਼ਾਂ ਨਾਲ ਸਜਾਇਆ ਗਿਆ ਹੈ। ਤੇ ਅਗਲਾ ਵੀ ਇੱਕ ਪ੍ਰਸ਼ਨ ਉੱਤਰ ਹੈ ਬੇਟੇ, ਇਹ ਥੋੜ੍ਹਾ ਜਿਹਾ ਵੱਡਾ ਪ੍ਰਸ਼ਨ ਹੈ, ਇਸ ਨੂੰ ਧਿਆਨ ਨਾਲ ਸੁਣਨਾ ਹੈ ਤੇ ਇਸ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਇਹ ਪ੍ਰਸ਼ਨ ਹੈ ਕਿ ਮੋਤੀ ਮਸਜਿਦ ਬਾਰੇ ਸੰਖੇਪ ਵਿੱਚ ਦੱਸੋ। ਮੋਤੀ ਮਸਜਿਦ ਬਾਰੇ ਸੰਖੇਪ ਵਿੱਚ ਦੱਸੋ। ਤਾਂ ਮੋਤੀ ਮਸਜਿਦ ਹੈ ਜੋ ਬੱਚਿਓ, ਇਹ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ ਆਗਰੇ ਵਿਖੇ ਲਾਲ ਕਿਲ੍ਹੇ ਵਿੱਚ ਬਣਾਈ ਗਈ ਸੀ
ਅਤੇ ਇਸ ਨੂੰ ਬਣਾਉਣ ਲਈ ਉਹਨਾਂ ਸਮਿਆਂ ਦੇ ਵਿੱਚ 4 ਸਾਲ ਲੱਗੇ ਅਤੇ ਲਗਭਗ 3 ਲੱਖ ਰੁਪਏ ਦਾ ਖਰਚਾ ਹੋਇਆ ਸੀ। ਮੋਤੀ ਮਸਜਿਦ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ ਆਗਰੇ ਵਿਖੇ ਲਾਲ ਕਿਲੇ ਵਿੱਚ ਬਣਾਈ ਗਈ ਸੀ ਅਤੇ ਇਸ ਨੂੰ ਬਣਾਉਣ ਲਈ ਜੋ ਸਮਾਂ ਲੱਗਿਆ ਉਹ 4 ਸਾਲ ਦਾ ਸੀ ਅਤੇ ਇਸ 'ਤੇ ਜੋ ਖਰਚਾ ਆਇਆ ਸੀ ਉਹ ਲਗਭਗ 3 ਲੱਖ ਰੁਪਏ ਦਾ ਖਰਚਾ ਉਹਨਾਂ ਵੇਲਿਆਂ ਵਿੱਚ ਮੋਤੀ ਮਸਜਿਦ 'ਤੇ ਹੋਇਆ ਸੀ। ਅਗਲਾ ਪ੍ਰਸ਼ਨ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਮੋਰ ਮੁਕਟ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ। ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਮੋਰ ਮੁਕਟ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ। ਤਾਂ ਜੋ ਮੁਗਲ ਬਾਦਸ਼ਾਹ ਦਾ ਸ਼ਾਹਜਹਾਂ ਦਾ ਮੋਰ ਮੁਕਟ ਸੀ ਉਹਦੇ ਬਾਰੇ ਤੁਸੀਂ ਪੜ੍ਹਿਆ ਵੀ ਹੈ ਅਤੇ ਸਮਝਿਆ ਵੀ ਹੈ। ਤਾਂ ਉਮੀਦ ਹੈ ਕਿ ਤੁਹਾਨੂੰ ਇਹਦਾ ਉੱਤਰ ਆਉਂਦਾ ਹੋਵੇਗਾ। ਤੇ ਆਓ ਫਿਰ ਇਹਦਾ ਉੱਤਰ ਜਾਣੀਏ। ਸ਼ਾਹਜਹਾਂ ਦਾ ਜੋ ਮੋਰ ਮੁਕਟ ਸੀ ਉਹ ਸੰਗੇ ਮਰਮਰ ਦਾ ਬਣਿਆ ਹੋਇਆ ਸੀ। ਇਸ ਨੂੰ ਦੀਵਾਨੇ ਖਾਸ ਵਿੱਚ ਰੱਖਿਆ ਹੋਇਆ ਸੀ ਅਤੇ ਇਸ ਨੂੰ ਬਣਾਉਣ ਲਈ ਲਗਭਗ 7 ਸਾਲ ਲੱਗੇ ਅਤੇ ਉਹਨਾਂ ਵੇਲਿਆਂ ਵਿੱਚ ਇਹਦੇ ਉੱਪਰ ਲਗਭਗ 100 ਲੱਖ ਰੁਪਏ ਯਾਨੀ ਕਿ 1 ਕਰੋੜ ਰੁਪਏ ਖਰਚ ਹੋਏ। ਤੇ 1739 ਵਿੱਚ ਈਸਵੀ ਵਿੱਚ ਨਾਦਰ ਸ਼ਾਹ ਇਸ ਨੂੰ ਆਪਣੇ ਨਾਲ ਆਪਣੇ ਦੇਸ਼ ਈਰਾਨ ਲੈ ਗਿਆ ਸੀ। ਹੁਣ ਕੁਝ ਖਾਲੀ ਥਾਵਾਂ ਭਰਦੇ ਹਾਂ ਬੱਚਿਓ, ਤੇ ਆਓ ਫਿਰ ਖਾਲੀ ਥਾਵਾਂ ਸਮਝੀਏ। ਨੰਬਰ 1, ਮੁਸਾਮਨ ਬੁਰਜ ਤੋਂ ਡੈਸ਼ ਸਾਫ਼ ਦਿਖਾਈ ਦਿੰਦਾ ਹੈ। ਮੁਸਾਮਨ ਬੁਰਜ ਤੋਂ ਡੈਸ਼ ਸਾਫ਼ ਦਿਖਾਈ ਦਿੰਦਾ ਹੈ। ਦੂਸਰੀ ਖਾਲੀ ਥਾਂ ਹੈ ਕਿ 1639 ਈਸਵੀ ਵਿੱਚ ਸ਼ਾਹਜਹਾਂ ਨੇ ਡੈਸ਼ ਨਗਰ ਦੀ ਨੀਂਹ ਰੱਖੀ ਸੀ। ਨੰਬਰ 3, ਜਾਮਾ ਮਸਜਿਦ ਦਾ ਕੰਮ ਡੈਸ਼ ਸਾਲਾਂ ਵਿੱਚ ਪੂਰਾ ਕੀਤਾ ਗਿਆ ਸੀ। ਜਾਮਾ ਮਸਜਿਦ ਦਾ ਕੰਮ ਡੈਸ਼ ਸਾਲਾਂ ਵਿੱਚ ਪੂਰਾ ਕੀਤਾ ਗਿਆ ਸੀ। ਤੇ ਨੰਬਰ 4, ਜਹਾਂਗੀਰ ਦਾ ਮਕਬਰਾ ਡੈਸ਼ ਵਿਖੇ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਸੀ। ਜਹਾਂਗੀਰ ਦਾ ਮਕਬਰਾ ਡੈਸ਼ ਵਿਖੇ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਸੀ। ਤੇ ਆਓ ਹੁਣ ਇਹਨਾਂ ਦੇ ਉੱਤਰ ਜਾਣੀਏ। ਮੁਸਾਮਨ ਬੁਰਜ ਤੋਂ ਤਾਜ ਮਹਿਲ ਸਾਫ਼ ਦਿਖਾਈ ਦਿੰਦਾ ਹੈ। 1639 ਈਸਵੀ ਵਿੱਚ ਸ਼ਾਹਜਹਾਂ ਨੇ ਸ਼ਾਹਜਹਾਂਬਾਦ ਨਗਰ ਦੀ ਨੀਂਹ ਰੱਖੀ ਸੀ। ਜਾਮਾ ਮਸਜਿਦ ਦਾ ਕੰਮ 10 ਸਾਲਾਂ ਵਿੱਚ ਪੂਰਾ ਕੀਤਾ ਗਿਆ ਸੀ। ਤੇ ਜਹਾਂਗੀਰ ਦਾ ਮਕਬਰਾ ਸ਼ਾਦਰਾ ਵਿਖੇ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਸੀ। ਤਾਂ ਉਮੀਦ ਹੈ ਬੱਚਿਓ ਅੱਜ ਦਾ ਇਹ ਜੋ ਆਪਣਾ ਵਿਸ਼ਾ ਜਾਂ ਪਾਠ ਦੀ ਦੁਹਰਾਈ ਤੁਹਾਨੂੰ ਕਰਵਾਈ ਗਈ ਹੈ, ਪਾਠ ਨੰਬਰ 15 ਸਮਾਰਕ ਨਿਰਮਾਣ ਕਲਾ ਦੀ, ਇਹ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ।